ਹਾਂਜੀ, ਜੈ ਗੁਰਦੇਵ ਜੀ। ਤੇ ਅਸੀਂ ਇਹ ਦੂਸਰਾ ਪਾਠ ਦਾ ਜੋ ਹਿੱਸਾ ਲੈ ਕੇ ਆਏ ਹਾਂ, ਇਸ ਸ਼ਬਦ ਤੇ ਅਸੀਂ ਹੁਣ ਇਹ ਆਪ ਦੀ ਸੇਵਾ 'ਚ ਹਾਜ਼ਰ ਹੋਏ ਹਾਂ। ਧਨ ਸੋ ਗਊ ਧਨ ਸੋ ਠਾਉ ਧਨ ਪਨੀਤ ਕਟੰਬ ਸਭ ਲੋਈ। ਤੇ ਹੁਣ ਸਾਨੂੰ ਦੱਸਦੇ ਨੇ ਅਗਲੇ ਅੱਧੇ ਪਾਠ 'ਚ ਜਿਹੜਾ ਇਹ ਪ੍ਰੋਗਰਾਮ, ਧਨ ਸੋ ਗਾਉ ਧਨ ਸੋ ਠਾਉ, ਕਹਿੰਦੇ ਉਹ ਸ਼ਹਿਰ ਦੇਸ਼ ਜਾਂ ਪਿੰਡ ਉਹ ਕਹਿੰਦੇ ਸਾਰਾ ਹੀ ਪਵਿੱਤਰ ਹੋ ਗਿਆ। ਧਨ ਸੋ ਠਾਉ, ਜਿੱਥੇ ਉਹਨਾਂ ਦੇ ਘਰ ਦੇ ਵਿੱਚ ਪਰਿਵਾਰ ਹੋਏ ਉੱਥੇ ਵੀ ਕਹਿੰਦੇ ਧਨ ਪੁਨੀਤ, ਉਹ ਕਹਿੰਦੇ ਧਨ ਪੁਨੀਤ ਕੁਟੰਬ ਸਭ ਲੋਕ, ਉਹ ਜਿਹੜੇ ਜੀਵ ਉੱਥੇ ਦੇ ਸੀ ਉਹ ਵੀ ਪਵਿੱਤਰ ਹੋ ਗਏ, ਕੁਟੁੰਬ ਸਭ ਲੋਕ। ਹੁਣ ਸਾਨੂੰ ਇਹ ਦੱਸਦੇ ਨੇ ਕਿ ਅਸੀਂ ਦੁਨੀਆ ਦੇ ਜੀਵ ਜਿਹੜੇ ਜੀਵ ਉਹ ਸਾਧੂ ਉਸ ਸੰਤ ਮਹਾਤਮਾ ਦੀ ਸ਼ਰਨ 'ਚ ਚਲੇ ਜਾਂਦੇ ਨੇ, ਉਹਨਾਂ ਨੂੰ ਇਹ ਫਾਇਦਾ ਹੁੰਦਾ ਉਹ ਇਲਾਕਾ। ਹੁਣ ਸਾਨੂੰ ਇੱਥੇ ਦੱਸਦੇ ਨੇ ਕਿ ਸਾ ਧਰਤ ਭਈ ਹਰਿਆਵਲੀ, ਜਿੱਥੇ ਜਾਣੀ ਕਿ ਸੰਤ ਸਤਿਗੁਰੂ ਜਾ ਕੇ ਬੈਠਦੇ ਨੇ, ਸਤਸੰਗ ਕਰਦੇ ਨੇ, ਜਨਮ ਲੈਂਦੇ ਨੇ, ਉਹ ਕਹਿੰਦੇ ਉਹ ਧਰਤੀ ਹਰਿਆਵਲੀ ਹੋ ਜਾਂਦੀ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਕਹਿੰਦੇ ਉੱਥੇ ਆ ਕੇ ਬੈਠਾ, ਉਹ ਕਹਿੰਦੇ ਸਤਿਗੁਰੂ ਦੇ ਜਾਣ ਨਾਲ ਉਹ ਧਰਤ ਵੀ ਹਰਿਆਵਲੀ ਹੋ ਜਾਂਦੀ। ਹੁਣ ਕਹਿੰਦੇ ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ, ਉਹ ਕਹਿੰਦੇ ਜੀਵ ਜੰਤੂ ਵੀ ਕਹਿੰਦੇ ਉੱਥੇ ਜਾ ਕੇ ਕਹਿੰਦੇ ਉਹਨਾਂ ਹਰਿਆਵਲੇ ਹੋ ਜਾਂਦੇ। ਹੁਣ ਪਿਆਰੀ ਸਾਧ ਸੰਗਤ ਜੀ, ਇੱਥੇ ਸਾਨੂੰ ਸਮਝ ਆਉਂਦੀ ਆ ਕਿ ਉਹ ਧਰਤੀ ਕਿੱਦਾਂ ਹਰਿਆਵਲੀ ਹੁੰਦੀ। ਕਬੀਰ ਸਾਹਿਬ ਜੀ ਦੇ ਟਾਈਮ ਦੇ ਉੱਤੇ ਜਦੋਂ ਇਹ ਜਿਹੜਾ ਅੜੰਬਾ, ਜਿਸ ਨੂੰ ਅਸੀਂ ਕਹਿੰਦੇ ਮਗਹਰ ਜਿਹੜਾ ਸ਼ਹਿਰ ਸੀ ਜਾਂ ਇਲਾਕਾ ਸੀ, ਉੱਥੇ ਸ਼ਰਾਫ ਕਹਿੰਦੇ ਸੀ ਮੰਨਿਆ ਜਾਂਦਾ ਸੀ ਕਿ ਜਿਹੜਾ ਜੀਵ ਉੱਥੇ ਕਹਿੰਦੇ ਮਰੂਗਾ ਉਹ ਕਹਿੰਦੇ ਖੋਤੇ ਦੀ ਜੂਨ 'ਚ ਜਾਊਗਾ। ਹੁਣ ਕਬੀਰ ਸਾਹਿਬ ਜੀ ਨੇ ਸਾਰੀ ਉਮਰ ਬਨਾਰਸ ਜਾਂ ਕਾਂਛੀ ਦੇ ਵਿੱਚ ਟਾਈਮ ਬਿਤਾਇਆ ਸੀ, ਲੇਕਿਨ ਉਹਨਾਂ ਨੇ ਜਿਹੜੇ ਚੋਲਾ ਛੱਡਣ ਦਾ ਟਾਈਮ ਆਇਆ ਤਾਂ ਉਹਨਾਂ ਨੇ ਕਿਹਾ ਮੈਂ ਆਪਣਾ ਚੋਲਾ ਜਾ ਕੇ ਅੜੰਬੇ ਦੇ ਵਿੱਚ ਮਗਹਰ ਦੇ ਵਿੱਚ ਜਾ ਕੇ ਛੱਡੂਗਾ। ਉਹਨਾਂ ਨੇ ਸਾਰਿਆਂ ਪੰਡਤਾਂ ਪਰੋਤਾਂ ਨੇ ਸਮਝਾਇਆ ਤੁਸੀਂ ਸਾਰੀ ਉਮਰ ਇੱਥੇ ਰਹੇ ਔਰ ਵਿਦਵਾਨ ਹੋ ਤਾਂ ਤੁਸੀਂ ਕਿਤਾਬ ਇਹ ਕੀ ਕਰਨ ਲੱਗੇ ਹੋ, ਕਿਉਂਕਿ ਜਿਹੜਾ ਕਹਿੰਦੇ ਕਾਂਛੀ ਮਰੇ ਇਹ ਸਵਰਗਾਂ ਨੂੰ ਜਾਂਦਾ ਹੈ, ਤੇ ਜਿਹੜਾ ਕਹਿੰਦੇ ਉੱਥੇ ਮਰੇ ਅੜੰਬੇ ਦੇ ਵਿੱਚ ਮਰੇ ਉਹ ਖੋਤਾ ਜਾਂ ਨਰਕ ਨੂੰ ਜਾਂਦਾ। ਕਿ ਹਜ਼ੂਰ ਨੇ ਕਿਹਾ ਨਹੀਂ, ਇਹ ਸਾਡਾ ਵਹਿਮ ਹੈ। ਹੁਣ ਇਸੇ ਕਰਕੇ ਦੱਸਿਆ ਸੀ ਕਿ ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ। ਜਦੋਂ ਫਿਰ ਕਬੀਰ ਸਾਹਿਬ ਜੀ ਨੇ ਉੱਥੇ ਜਾ ਕੇ ਸਤਸੰਗ ਬਣਾਇਆ, ਸਤਸੰਗ ਸੁਣਾਇਆ, ਤਾਂ ਉੱਥੇ ਜਿਹੜੇ ਚੋਲਾ ਛੱਡਿਆ ਉਸ ਦਿਨ ਤੋਂ ਬਾਅਦ ਕਹਿੰਦੇ ਉਸ ਇਲਾਕੇ ਦੇ ਵਿੱਚ ਹਰਿਆਵਲੀ ਹੋਈ ਉਹ ਆ, ਕਿਉਂਕਿ ਉੱਥੇ ਜਿਹੜੀ ਨਦੀ ਵਗਦੀ ਸੀ ਉਹ ਹਰ ਵੇਲੇ ਸੁੱਕਾ ਰਹਿੰਦਾ ਸੀ, ਤੇ ਉਹਦੇ ਵਿੱਚ ਹੁਣ ਕਹਿੰਦੇ ਪਾਣੀ ਆਉਂਦਾ ਆ, ਸਾਰਾ ਸਾਲ ਪਾਣੀ ਹੈ, ਉਸ ਦੇ ਨਾਲ ਕਹਿੰਦੇ ਹਰਿਆਵਲੀ ਹੋਈ। ਸੇ ਜੰਤ ਭਏ ਹਰਿਆਵਲੇ, ਉਹ ਜਿਹੜੇ ਜੀਵ ਵੀ ਕਹਿੰਦੇ ਹਰਿਆਵਲੇ ਹੋ ਗਏ, ਜਿਨੀ ਮੇਰਾ ਸਤਿਗੁਰੂ ਦੇਖਿਆ ਜਾਏ। ਹੁਣ ਅਸੀਂ ਕੀ ਕਰਦੇ ਹਾਂ, ਕਿਸ ਤਰ੍ਹਾਂ ਅਸੀਂ ਜਾ ਕੇ ਕਹਿੰਦੇ ਵੀ ਉਹ ਸੰਤ ਸਤਿਗੁਰੂ ਦੇ ਸ਼ਰਨ ਜਾ ਕੇ ਅਸੀਂ ਉਹ ਹਰਿਆਵਲੇ ਕਿਸ ਤਰ੍ਹਾਂ ਹੋਏ। ਅਸੀਂ 84 ਲੱਖ ਜੀਆ ਜੂਨ ਚੋਂ ਭੁਗਤਦੇ ਇਨਸਾਨੀ ਜਾਮਾਂ ਵੀ ਇੱਕ 84 ਲੱਖ ਜੀਆ ਜੂਨ ਦਾ ਹਿੱਸਾ ਹੈ। ਇਸ ਦੇ ਵਿੱਚ ਅਸੀਂ ਜਿਸ ਵੇਲੇ ਆਉਂਦੇ ਆ ਕੇ ਅਸੀਂ ਕੀ ਕੀਤਾ, ਉਹ ਜਿਹੜੇ 84 ਲੱਖ ਜੀਆ ਜੂਨ 'ਚ ਸਾਡੇ ਹਰ ਵੇਲੇ ਦੁਰਦਸ਼ਾ ਹੁੰਦੀ ਸੀ, ਅਸੀਂ ਇਹ ਸੰਤ ਸਤਿਗੁਰੂ ਦੀ ਸ਼ਰਨ 'ਚ ਜਾ ਕੇ ਉਹ ਸਦਾ ਵਾਸਤੇ ਉਸ ਤੋਂ ਛੁਟਕਾਰਾ ਪਾ ਲਿਆ। ਇਸ ਕਰਕੇ ਕਹਿੰਦੇ ਉਹ ਵੀ ਸਦਾ ਵਾਸਤੇ ਜਾਣੀ ਕਿ ਛੁਟਕਾਰਾ। ਹੁਣ ਸਾਨੂੰ ਇੱਥੇ ਪਤਾ ਲੱਗਦਾ ਵੀ ਛੁਟਕਾਰਾ ਪਾ ਲਿਆ, ਤੇ ਇੱਥੇ ਕਹਿੰਦੇ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਸਤਿਗੁਰੂ ਜਨਿਆ ਮਾਏ, ਜਿਨ੍ਹਾਂ ਨੇ ਸੰਤ ਉਹ ਕਹਿੰਦੇ ਧੰਨ ਹਾਂ, ਜਿਹੜੇ ਉਹ ਧੰਨ ਪਿਤਾ ਔਰ ਮਾਤਾ ਔਰ ਕੁਲ ਉਹ ਕਹਿੰਦੇ ਧੰਨ ਹੈ ਜਿੱਥੇ, ਕਿਉਂਕਿ ਆਪਨੇ ਜੇ ਕੁਲ ਸਾਧ ਵੈਸਨੋ ਹੋਈ, ਆਪਨੇ ਦੱਸਿਆ ਇਹ ਕਿ ਉਸ ਦੇ ਬਾਰੇ ਸੁਣਦੇ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਉਸ ਜਾਣੀ ਕਿ ਸਾਧੂ ਮਹਾਤਮਾ ਨੇ ਗੁਰੂ ਨੇ ਜਿਹੜਾ ਨਾਮ ਦੀ ਆਰਾਧਨਾ ਕੀਤੀ, ਨਾਮ ਪ੍ਰਗਟ ਕੀਤਾ ਆਪਣੇ ਅੰਦਰ, ਪ੍ਰਗਟ ਕਰਕੇ ਕੀ ਕੀਤਾ, ਆਪ ਤੇਰੇ ਜਿਨੀ ਡਿੱਠਾ ਤਿਨ ਲੈ ਛਡਾਏ।
ਆਪ ਵੀ ਤਰ ਗਏ, ਜਿਨ੍ਹਾਂ ਨੇ ਕਹਿੰਦੇ ਸਤਿਗੁਰੂ ਦੀ ਦਰਸ਼ਨ ਕੀਤੇ ਉਹ ਵੀ ਕਹਿੰਦੇ ਤਰ ਗਏ। ਹੁਣ ਸਾਨੂੰ ਇਹ ਸਮਝਾਉਂਦੇ ਨੇ ਗੁਰੂ ਸਾਹਿਬਾਨ ਕੀ ਲਿਖਦੇ, ਜਿਨੀ ਸਤਿਗੁਰੂ ਪਿਆਰਿਆ ਦੇਖਿਆ ਤਿਨ ਕੇ ਹੋਂ ਬਾਰੀ, ਜਿਨ ਸਤਿਗੁਰੂ ਕੀ ਕੀਤੀ ਚਾਕਰੀ ਤੈਨੇ ਸਦ ਬਲਿਹਾਰੀ। ਕਹਿੰਦੇ ਮੈਂ ਜਿਹਨੇ ਸਤਿਗੁਰੂ ਨੂੰ ਦੇਖ ਲਿਆ ਉਹਨਾਂ ਦੇ ਮੈਂ ਬਾਰੀ ਜਾਂਦਾ, ਜਿਨ੍ਹਾਂ ਨੇ ਉਹਨਾਂ ਦੀ ਉਪਦੇਸ਼ ਲੈ ਕੇ ਉਸ ਦੇ ਉੱਤੇ ਸੇਵਾ ਕੀਤੀ ਉਹਨਾਂ ਦੀ, ਕਹਿੰਦੇ ਉਹਨਾਂ ਦੇ ਸਦ ਬਲਿਹਾਰੀ ਜਾਂਦਾ। ਕਿਉਂ? ਉਹ ਕੌਣ ਹੁੰਦੇ ਨੇ? ਨਿਰਾਕਾਰ ਕੀ ਆਰਸੀ ਸੰਤਨ ਕੀ ਹੀ ਦੇ, ਲਖਾ ਜੋ ਚਾਹੇ ਲਖ ਕੋ ਇਨਹੀ ਕੋ ਲਖ ਲੈ। ਉਹ ਕਹਿੰਦੇ ਉਹ ਪਰਮਾਤਮਾ ਜਿਹਨੂੰ ਅਸੀਂ ਕਦੀ ਦੇਖ ਨਹੀਂ ਸਕਦੇ, ਉਹ ਕਹਿੰਦੇ ਸੰਤਾਂ ਦੀ ਦੇਹ ਦੇ ਵਿੱਚ ਥੱਲੇ ਆ ਕੇ ਬੈਠਾ ਹੁੰਦਾ। ਉਹ ਨਿਰਾਕਾਰ ਕੀ ਆਰਸੀ ਸੰਤਨ ਹੀ ਕੀ ਦੇ, ਲਖਾਂ ਜੋ ਚਾਹੇ, ਕਹਿੰਦੇ ਜਿਹੜਾ ਚਾਹੁੰਦਾ ਹੈ, ਪਾਬੰਦੀ ਨਹੀਂ ਹੈ, ਉਸ ਪਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ ਤਾਂ ਉਹ ਕਹਿੰਦੇ ਉਹ ਕਿਹੜਾ, ਉਹ ਜਿਹੜਾ ਥੱਲੇ ਆ ਕੇ ਸੰਤ ਬਣ ਕੇ ਬੈਠਾ ਹੈ ਉਸ ਨੂੰ ਦੇਖ ਲਵੇ। ਉਹ ਹੀ ਨਿਰਾਕਾਰ ਦਾ ਜਾਣੀ ਕਿ ਦੂਸਰਾ ਰੂਪ ਬਣ ਕੇ ਬੈਠੇ। ਲਖਾ ਜੋ ਚਾਹੇ ਅਲਖ ਕੋ, ਜਿਹੜਾ ਨਹੀਂ ਦਿਖਾਈ ਦੇ ਸਕਦਾ, ਇਨਹੀ ਕੋ ਲਖ ਲੈ। ਇਹਨਾਂ ਨੂੰ ਪਰਮਾਤਮਾ, ਇਹਨਾਂ ਨੂੰ ਅਗਰ ਦੇਖ ਲਓ ਤੁਹਾਨੂੰ ਸਾਖਸ਼ਾਤ ਉਸ ਪਰਮਾਤਮਾ ਦੇ ਕਹਿੰਦੇ ਤੁਹਾਡੇ ਦਰਸ਼ਨ ਹੋ ਜਾਣਗੇ, ਕਿਉਂਕਿ ਉਤਨਾ ਫਲ ਪ੍ਰਾਪਤ ਹੋ। ਹੁਣ ਅੱਗੇ ਅੱਧੀ ਕੜੀ 'ਚ ਦੱਸਦੇ ਨੇ, ਧਨ ਕੁਟੁੰਬ ਧਨ ਪੁਨੀਤ ਕੁਟੁੰਬ ਸਭ ਲੋਈ, ਸਾਰੇ ਹੀ ਧਨ ਹੋ ਜਾਂਦੇ। ਪੁਨੀਤ ਸਾਫ ਹੋਵੇ, ਉਹ ਆਤਮਾਵਾਂ ਧਨ ਹੋ ਜਾਂਦੀਆਂ। ਧਨ ਦਾ ਮਤਲਬ ਆਤਮਾਵਾਂ ਧਨ, ਪੁਨੀਤ ਉਹ ਸਾਫ ਹੋ ਜਾਂਦੀਆਂ। ਕੁਟੁੰਬ ਸਭ ਲੋਈ, ਉਹ ਜਿਹੜੇ ਦੇਖਦੇ ਸਾਰੇ ਹੀ ਕਹਿੰਦੇ ਸ਼ੁੱਧ ਹੋ ਜਾਂਦੇ। ਇਹ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਸੀ। ਧਨ ਸੋ ਗਾਉ ਧਨ ਸੋ ਠਾਉ, ਧਨ ਪੁਨੀਤ ਕੁਟੁੰਬ ਸਭ ਲੋਈ। ਹੁਣ ਸਾਨੂੰ ਇੱਥੇ ਇੱਕ ਸਮਝਣ ਵਾਲੀ ਗੱਲ ਹੈਗੀ ਆ, ਸੋ ਸਤਿਗੁਰੂ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦਿਆ ਸਭ ਸ੍ਰਿਸ਼ਟ ਸਵਾਰੀ। ਹੁਣ ਕਹਿੰਦੇ ਜਿਨ੍ਹਾਂ ਨੇ ਸੋ ਸਵਾਰ ਦਿੱਤੇ, ਜਿਨ੍ਹਾਂ ਨੇ ਉਹਨਾਂ ਤੋਂ ਉਪਦੇਸ਼ ਲਿਆ, ਉਹ ਧਨ ਹਨ, ਉਹ ਗੁਰੂ ਧਨ ਹੈ, ਜਿਹਨੇ ਦੁਨੀਆ ਤੇ ਆ ਕੇ ਨਾਮ ਆਰਾਧ ਕੇ ਲੋਕਾਂ ਨੂੰ ਜਾਣੀ ਕਿ ਪਾਰ ਬ੍ਰਹਮ ਜਾਣ ਦਾ ਤਰੀਕਾ ਦੱਸਿਆ। ਹੁਣ ਪਿਆਰੀ ਸਾਧ ਸੰਗਤ ਜੀ ਇੱਥੇ ਲਿਖਦੇ ਵੇ ਕਿ ਅਸੀਂ ਦੁਨੀਆ ਦੇ ਜੀਵ ਪੂਰਨ ਸੰਤ ਮਹਾਤਮਾ ਦੇਹਧਾਰੀ ਸੰਤਾਂ ਤੋਂ ਕੰਨੀ ਕਤਰਾਉਂਦੇ ਆ, ਕਿਉਂਕਿ ਦੁਨੀਆ ਤੇ ਪ੍ਰਚਲਿਤ ਜਿਹੜੀ ਇਸ ਵੇਲੇ ਕਥਾ ਕਹਾਣੀਆਂ ਚੱਲ ਰਹੀਆਂ ਉਹਦੇ ਵਿੱਚ ਬਹੁਤ ਵਿਵਾਦ ਹੈ। ਇਸ ਕਰਕੇ ਕਹਿੰਦੇ ਜਿਹੜੇ ਜੀਵ ਪੂਰਨ ਸੰਤ ਸਤਿਗੁਰੂ ਪੂਰਨ ਮਹਾਤਮਾ ਪੂਰਨ ਸਾਧੂ ਦੀ ਸ਼ਰਨ 'ਚ ਜਾਂਦੇ ਨੇ ਉਹਨਾਂ ਦਾ ਕੀ ਹੈ, ਧੰਨ ਧੰਨ ਸੋ ਗੁਰ ਸਿੱਖ ਕਹੀਏ। ਕਹਿੰਦੇ ਉਸ ਜਾਣੀ ਕਿ ਬਾਹਰਲੇ ਪਹਿਰਾਵੇ ਬਾਹਰਲੀ ਜਾਣੀ ਕਿ ਦੇਸ਼ ਦੇ ਨਾਲ ਸਾਡੇ ਕਹਿੰਦੇ ਗੁਰੂ ਸਿੱਖ ਨਹੀਂ ਬਣਦਾ। ਉਹ ਕਹਿੰਦੇ ਧੰਨ ਧੰਨ ਗੁਰੂ ਸਿੱਖ ਕਹੀਏ, ਜੋ ਸਤਿਗੁਰੂ ਚਰਨੀ ਜਾਏ ਪਿਆ। ਜਿਹੜੇ ਪੂਰਨ ਸੰਤ ਸਤਿਗੁਰਾਂ ਦੀ ਸ਼ਰਨਾਂ 'ਚ ਚਲੇ ਜਾਂਦੇ ਨੇ ਉਹ ਕਹਿੰਦੇ ਪੂਰਨ ਗੁਰਮੁਖ ਹੁੰਦੇ ਨੇ। ਕਹਿੰਦੇ ਬਾਕੀ ਜਿਹੜੇ ਅਸੀਂ ਜਮਾ ਤਕਸੀਮ ਘਟਾਓ 'ਚ ਗੱਲਾਂ ਕਰਦੇ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਧੰਨ ਸੋ ਗਾਉ ਧੰਨ ਸੋ ਠਾਉ, ਧੰਨ ਪੁਨੀਤ ਕੁਟੁੰਬ ਸਭ ਲੋਈ। ਹੁਣ ਅੱਗੇ ਸੁਣੋ ਅਗਲੀ ਕੜੀਆਂ 'ਚ ਸਾਨੂੰ ਹਜ਼ੂਰ ਕੀ ਸਮਝਾਉਂਦੇ ਨੇ। ਜਨ ਪੀਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਵਿਖ ਕੋਈ। ਹੁਣ ਸਾਨੂੰ ਜਿਨ ਪੀਆ ਸਾਰ ਰਸ ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਵਿਖ ਖੋਈ। ਉੱਥੇ ਸਮਝਾਉਂਦੇ ਜਿਨ੍ਹਾਂ ਨੇ ਸਾਰ ਰਸ ਦਾ ਮਤਲਬ ਉਹ ਅੰਮ੍ਰਿਤ ਪੀਤਾ, ਗੁਰੂ ਦੇ ਗਿਆਨ ਤੇ ਚੱਲ ਕੇ ਜਿਨ੍ਹਾਂ ਨੇ ਅੰਮ੍ਰਿਤ ਪੀ ਲਿਆ। ਉਹ ਕਿਸ ਤਰ੍ਹਾਂ ਪੀਤਾ ਉਹਨਾਂ ਨੇ ਕਹਿੰਦੇ ਜਿਹੜੇ ਦੁਨੀਆ ਤੇ ਆਨ ਰਸ ਸੀ, ਜਿਹੜੇ ਬੇਕਾਰ ਰਸ ਸੀ, ਜਿਹਨੂੰ ਅਸੀਂ ਬਕਾਰ ਕਹਿੰਦੇ ਹਾਂ, ਇਹਨਾਂ ਨੂੰ ਕਹਿੰਦੇ ਉਹਨਾਂ ਨੇ ਛੱਡ ਦਿੱਤਾ। ਰਸ ਪੀਣ ਨਾਲ ਛੱਡ ਹੋਇਆ। ਜਿਨੀ ਪੀਆ ਸਾਰ ਰਸ ਤਜੇ ਆਨ ਰਸ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਹੀ ਚਲੇ ਚਲੇ। ਜਿਸ ਤਰ੍ਹਾਂ ਪਿੱਛੇ ਦੱਸਿਆ ਸੀ ਬਈ ਚੋਰ ਸਾਰੇ ਭੱਜ ਗਏ ਸ਼ਬਦ ਸੁਣ ਕੇ। ਇੱਥੇ ਸੁਣ ਕੇ ਕੀ ਦੱਸਦੇ ਨੇ ਅੱਗੇ ਕਿ ਇਹ ਹਰ ਰਸ ਵਣ ਵਣ ਸਵਤ ਥਾਂ ਹੈ, ਸਾਰੇ ਥਾਂ ਹੈਗਾ ਕਿ ਭਾਗਹੀਣ ਨਹੀਂ ਖਾਈ। ਇਹ ਕਹਿੰਦੇ ਸਾਰੀ ਦੁਨੀਆ ਤੇ ਉਹ
ਵੰਡਦੇ ਨੇ ਸੰਤ ਮਹਾਤਮਾ, ਲੇਕਿਨ ਜਿਨ੍ਹਾਂ ਦੇ ਭਾਗਾਂ 'ਚ ਨਹੀਂ ਲਿਖਿਆ ਹੈ ਕਹਿੰਦੇ ਉਹ ਉਸ ਰਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਅੱਗੇ ਲਿਖਦੇ ਸਤਿਗੁਰੂ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਈ। ਸਤਿਗੁਰੂ ਦੇ ਕੋਲ ਇਹ ਨਾਮ ਨਿਧਾਨ ਜਿਹੜਾ ਸਾਰ ਰਸ ਹੈ ਉਹਦੇ ਕੋਲ ਹੈ, ਉਹਦੇ ਕੋਲ ਖਜ਼ਾਨਾ ਹੈ। ਪਰ ਕਹਿੰਦੇ ਜੇ ਉਹ ਤੁਹਾਡੇ ਤੇ ਦਇਆ ਨਾ ਕਰੇ ਜਾਂ ਤੁਹਾਡੇ ਕਰਮ ਕਹਿੰਦੇ ਅੱਛੇ ਭਾਗਹੀਣ ਜੇ ਭਾਗ ਅੱਛੇ ਨਹੀਂ ਹੈ ਕਹਿੰਦੇ ਤੇ ਫੇਰ ਨਹੀਂ ਤੁਹਾਨੂੰ ਮਿਲਣਾ। ਕਹਿੰਦੇ ਸਤਿਗੁਰੂ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਈ। ਕਰਮ ਉਹ ਦਇਆ ਕਰਨ ਤਾਂ ਤੁਹਾਨੂੰ ਪ੍ਰਾਪਤ ਹੋਊਗਾ। ਹੁਣ ਅੱਗੇ ਦੱਸਦੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਕਹਿੰਦੇ ਨੌ ਨਿਤ ਅੰਮ੍ਰਿਤ ਜਿਹੜਾ ਹੈ ਉਹ ਰਸ ਹੈ, ਉਹ ਪ੍ਰਭੂ ਦਾ ਨਾਮ ਹੈ, ਪ੍ਰਭੂ ਦਾ ਰਸ ਹੈ ਜਿਹੜਾ ਉਹ ਕਹਿੰਦੇ ਇਹ ਸਰੀਰ ਦੇ ਵਿੱਚ ਹੈ। ਕਿਤੇ ਇੱਦਾਂ ਨਾ ਸੁਣੋ ਪੜ੍ਹ ਕੇ ਸੁਣ ਕੇ ਵੀ ਆਪਣਾ ਘਰ-ਬਾਰ ਛੱਡ ਕੇ ਅਸੀਂ ਚਲੇ ਜਾਈਏ, ਬਾਹਰੋਂ ਅਸੀਂ ਜੋਗੀ ਬਣ ਜਾਈਏ ਜਾਂ ਅਸੀਂ ਸੰਨਿਆਸੀ ਬਣ ਜਾਈਏ ਤਾਂ ਸਾਨੂੰ ਕਹਿੰਦੇ ਫੇਰ ਮਿਲੂਗਾ। ਉਹ ਕਹਿੰਦੇ ਨਹੀਂ, ਇਹ ਕੀ ਦੱਸਦੇ ਦੇਹੀ ਮੇ ਇਸਕਾ ਜਿਹੜਾ ਨੌ ਇਹ ਸਾਡਾ ਸਰੀਰ ਹੈ, 9 ਦਰਵਾਜ਼ਿਆਂ ਦਾ ਇਹਦੇ ਵਿੱਚ ਕਹਿੰਦੇ ਉਹ ਰੱਖਿਆ। ਉਹ ਕਿੱਥੇ ਰੱਖਿਆ ਹੈ ਅੱਗੇ ਦੱਸਣਗੇ ਸਾਨੂੰ ਕਿਸ ਤਰ੍ਹਾਂ ਮਿਲੂਗਾ। ਉਹ ਕਹਿੰਦੇ ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਧਪ ਮਖੀਰਾ। ਕਹਿੰਦੇ ਇਹ ਤਾਂ ਮਿਲੂਗਾ ਜਿਸ ਤਰ੍ਹਾਂ ਸਤ ਸੰਗਤ ਸਾਧੂ ਦੀ ਸੰਗਤ ਦੇ ਵਿੱਚ ਜਾ ਕੇ ਤੁਸੀਂ ਮਿਲ ਰਹੀਏ ਮਾਧੋ। ਇੱਦਾਂ ਨਹੀਂ ਵੀ ਥੋੜ੍ਹੇ ਇੱਕ ਦਿਨ ਗਏ ਤਾਂ ਵੀ ਉਹਦੀ ਸੰਗਤ ਕਰਨ ਦਾ ਜਿਹੜਾ ਉਹਨਾਂ ਦਾ ਉਪਦੇਸ਼ ਦਿੱਤਾ ਉਹਦੇ ਨਾਲ। ਉਹ ਕਹਿੰਦੇ ਜੈਸੇ ਮਧਪ, ਜੈਸੇ ਕਹਿੰਦੇ ਮਧਪ ਜਿਹੜੀ ਇਹ ਫੁੱਲ ਹੁੰਦੇ ਨੇ, ਫੁੱਲਾਂ ਦੇ ਵਿੱਚ ਸ਼ਹਿਦ ਹੁੰਦਾ। ਅਸੀਂ ਕਿਸੇ ਵੀ ਪ੍ਰੋਸੀਜਰ ਨਾਲ ਉਹਨੂੰ ਚੁੱਕ ਨਹੀਂ ਸਕਦੇ, ਲੇਕਿਨ ਕੌਣ ਚੁੱਕਦਾ? ਉਹ ਜਿਹੜਾ ਮਖੀਰਾ, ਮੱਖੀ ਹੁੰਦੀ। ਇਸੇ ਤਰ੍ਹਾਂ ਕਹਿੰਦੇ ਉਹ ਜਿਸ ਤਰ੍ਹਾਂ ਫੁੱਲ ਦੇ ਨਾਲ ਲੱਗ ਕੇ ਉਹ ਸ਼ਹਿਦ ਚੂਸਦੀ ਹੈ। ਇਹ ਤੁਸੀਂ ਜਿਹੜਾ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਉਹ ਕਹਿੰਦੇ ਉਹਦੇ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਮਿਲੂਗਾ। ਹੁਣ ਅਸੀਂ ਦੁਨੀਆ ਦੇ ਉੱਤੇ ਆਪਣੀ ਆਪਣੀ ਮਰਜ਼ੀ ਨਾਲ ਆਪਣੇ ਜਿਸ ਤਰ੍ਹਾਂ ਵੀ ਸਾਨੂੰ ਅੱਛਾ ਲੱਗਦਾ ਇਹ ਅਰਥ ਅਸੀਂ ਕਰਦੇ ਹਾਂ, ਲੇਕਿਨ ਇਸ ਤਰ੍ਹਾਂ ਨਹੀਂ ਹੈ। ਜੋ ਗੁਰੂ ਸਾਹਿਬਾਨ ਸਾਨੂੰ ਕਹਿ ਕੇ ਗਏ ਸਾਨੂੰ ਉਹ ਉਸ ਦੇ ਨਾਲ ਸਾਨੂੰ ਜੁੜਨਾ ਚਾਹੀਦਾ। ਭਾਗਾਂ ਨਾਲ ਸਾਨੂੰ ਉਹ ਅਰਥ ਉਹ ਜਾਣੀ ਕਿ ਸਮਝ ਆ ਜਾਵੇ। ਜੇ ਅਸੀਂ ਭਾਗਹੀਣ ਹਾਂ ਤਾਂ ਸਾਨੂੰ ਸਮਝ ਨਹੀਂ ਆਉਣੀ। ਹੁਣ ਕਹਿੰਦੇ ਜਿਤਨੇ ਰਸ ਆਨ ਰਸ ਹਮ ਦੇਖੇ, ਗੁਰੂ ਘਰ ਦੀ ਬਾਣੀ ਹੈ, ਸਭ ਤਿਤਨੇ ਫੀਕ ਫਕਈਆ। ਜਿਹੜੇ ਆਨ ਰਸ ਕਹਿੰਦੇ ਮੈਂ ਬਾਹਰ ਦੇਖੇ ਸਾਰੇ ਹੀ ਕਹਿੰਦੇ ਫਿੱਕੇ ਸਨ। ਉਹ ਫਿੱਕੇ ਲੱਗੇ। ਕਿਉਂ ਫਿੱਕੇ ਲੱਗੇ ਅੱਗੇ ਸਾਨੂੰ ਦੱਸਣਗੇ ਵੀ ਉਹ ਕਿਸ ਤਰ੍ਹਾਂ ਹੈ। ਉਹ ਕਹਿੰਦੇ ਰਸ ਜਿਹੜੇ ਹੈਗੇ ਉਹ ਕਿਸ ਤਰ੍ਹਾਂ ਪ੍ਰਾਪਤ ਹੁੰਦੇ। ਇਸ ਤਰ੍ਹਾਂ ਨਹੀਂ ਵੀ ਸੌਖੇ ਤਰੀਕੇ ਨਾਲ ਤੁਹਾਨੂੰ ਕਹਿੰਦੇ ਰਸ ਉਹ ਅੰਮ੍ਰਿਤ ਮਿਲ ਜਾਊਗਾ। ਹੁਣ ਇੱਥੇ ਸਾਨੂੰ ਦੱਸਦੇ ਨੇ ਉਹ ਅੰਮ੍ਰਿਤ ਕਿੱਥੇ ਆ। ਕਹਿੰਦੇ ਚੰਦਨ ਬਾਸ, ਚੌਥੀ ਪਾਤਸ਼ਾਹੀ ਦੀ ਬਾਣੀ ਆ। ਕਹਿੰਦੇ ਚੰਦਨ ਬਾਸ ਭਿਅੰਗੋਂ ਬੇੜੀ ਕਿਵ ਮਿਲੀਏ ਚੰਦਨ ਲੀਜੇ ਕਾਂਡ ਖੜਕ ਗੁਰੂ ਗਿਆਨ ਕਰਾਰਾ ਬਿਖ ਛੇਦ ਛੇਦ ਰਸ ਪੀਜੇ। ਹੁਣ ਕਹਿੰਦੇ ਜਿਸ ਤਰ੍ਹਾਂ ਆਪਣੇ ਦੇਖਣ 'ਚ ਆਉਂਦਾ ਆ ਕਿ ਜਿਹੜਾ ਚੰਦਨ ਦਾ ਦਰਖਤ ਹੁੰਦਾ ਉਹਦੀ ਠੰਡ, ਉਹਦੀ ਅਤਰ ਨੂੰ, ਉਹਦੀ ਖੁਸ਼ਬੂ ਨੂੰ ਕਹਿੰਦੇ ਜਿਤਨੇ ਵੀ ਇਹ ਬੜੇ ਬੜੇ ਸੱਪ ਹੁੰਦੇ ਆ ਇਹ ਕਹਿੰਦੇ ਉਹਨੂੰ ਘੇਰਾ ਪਾ ਕੇ ਬਹਿ ਜਾਂਦੇ ਆ। ਹੁਣ ਕਿਸੇ ਜੀਵ ਨੇ ਉੱਥੇ ਜਾਣਾ ਤਾਂ ਪਹਿਲਾਂ ਉਹਨਾਂ ਨੂੰ ਸੱਪਾਂ ਨੂੰ ਮਾਰਨਾ ਪਊਗਾ। ਹੁਣ ਸੱਪ ਜਿਹੜੇ ਮਾਰਾਂਗੇ ਉਹ ਕਹਿੰਦੇ ਜਿਹੜੇ ਭਿਅੰਗਮ ਇੱਕ ਇੱਕ ਸੱਪ ਜਿਹੜਾ ਜਿਸ ਦੇ ਅਸੀਂ ਪੰਜ ਮੂੰਹ ਹਾਂ, ਇਹ ਕਿਹੜੇ ਹੈਗੇ ਸੱਪ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਪੰਜਾਂ ਦੇ ਨਾਲ ਇਹ ਜਾਣੀ ਕਿ ਇੱਕ ਇੱਕ ਦੇ ਨਾਲ ਪੰਜ ਪ੍ਰਕਿਰਤੀਆਂ ਲੱਗੀਆਂ ਹੋਈਆਂ। ਇਹ ਕਹਿੰਦੇ 25 ਪ੍ਰਕਿਰਤੀਆਂ ਇਹ ਕਹਿੰਦੇ ਤੇਰੇ ਸਰੀਰ ਨੂੰ ਲੱਗੀਆਂ ਹਨ। ਉਹ ਜਿਹੜੇ ਸੱਪ ਹੈ ਨੇ ਜ਼ਹਿਰੀਲੇ ਸੱਪ ਆ ਉਹ ਕਹਿੰਦੇ ਚੰਦਨ ਬਾਸ। ਹੁਣ ਕਹਿੰਦੇ ਇਸੇ ਤਰ੍ਹਾਂ ਤੇਰੇ ਸਰੀਰ ਦੇ ਵਿੱਚ ਜਿਹੜੀ ਹੈਗਾ ਅੰਮ੍ਰਿਤ ਹੈ ਤੂੰ ਪੀਣਾ, ਉਹ ਕਿਸ ਤਰ੍ਹਾਂ ਹੋਏਗਾ? ਕਾਂਡ ਖੜਕ ਗੁਰੂ ਗਿਆਨ ਕਰਾਰਾ ਬਿਖ ਛੇਦ ਛੇਦ ਰਸ ਪੀਏ। ਹੁਣ ਕਹਿੰਦੇ ਜੇ ਉਹ ਸੱਪਾਂ ਨੂੰ ਮਾਰਨਾ ਹੈ ਤਾਂ ਤੂੰ ਕਹਿੰਦੇ ਤੈਨੂੰ ਕਿਸੇ ਨਾਲ ਚੰਗੇ ਕਾਰੀਗਰ ਤੋਂ ਉਹ ਖੜਕ ਲੈਣਾ ਪਊਗਾ। ਤਾਂ ਕਹਿੰਦੇ ਉਹ ਸੱਪਾਂ ਨੂੰ ਮਾਰ ਕੇ ਤੂੰ ਉਹ ਜੋ ਹੋਗਾ ਚੰਦਨ ਦਾ ਰਸ ਲੈ। ਪਰ ਕਹਿੰਦੇ ਜਿਹੜੇ ਤੇਰੇ ਸਰੀਰ ਆ ਇਹਦੇ ਵਿੱਚ ਅੰਮ੍ਰਿਤ ਹੈ, ਇਸ ਨੂੰ ਕਿੱਦਾਂ ਲਏਗਾ? ਕਹਿੰਦੇ ਹੁਣ ਕਹਿੰਦੇ ਜਿਹੜਾ ਤੈਨੂੰ ਗੁਰੂ ਨੇ ਗਿਆਨ ਦਿੱਤਾ,
ਉਸ ਗਿਆਨ ਨੂੰ ਪ੍ਰਾਪਤ ਕਰਕੇ ਉਸ ਦੇ ਉੱਤੇ ਚੱਲ ਕੇ ਉਸ ਨੂੰ ਆਪਣੇ ਅੰਦਰ ਪ੍ਰਗਟ ਕਰ। ਇੱਦਾਂ ਨਹੀਂ ਵੀ ਲਿਆ ਕੇ ਰੱਖ ਲਿਆ ਤਾਂ ਤੂੰ ਪ੍ਰਗਟ ਕੀਤਾ ਨਹੀਂ ਤਾਂ ਕਹਿ ਦੇਵੇਂ ਮੇਰੇ ਕੋਲੋਂ ਜਾਣੀ ਕਿ ਇਹ ਜਿਹੜੇ ਬਕਾਰ ਜਾਂਦੇ ਨਹੀਂ ਹੈ। ਕਹਿੰਦੇ ਕਾਂਡ ਖੜਕ ਗੁਰੂ ਗਿਆਨ ਕਰਾਰਾ ਬਿਖ ਛੇਦ ਛੇਦ ਰਸ ਪੀਜੇ। ਹੁਣ ਕਹਿੰਦੇ ਬਿਖ ਛੇਦ, ਪਹਿਲਾਂ ਕਹਿੰਦੇ ਜਿਹੜੀ ਤੇਰੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹਨਾਂ 'ਚ ਕਹਿੰਦੇ ਛੇਦ ਕਰ। ਜਦੋਂ ਇਹਨਾਂ ਨੂੰ ਛੇਦ ਕਰੇਗਾ ਇਹਨਾਂ 'ਚੋਂ ਜ਼ਹਿਰ ਨਿਕਲ ਜਾਊ। ਫਿਰ ਕਹਿੰਦੇ ਫਿਰ ਛੇਦ ਰਸ ਪੀਜੇ, ਫਿਰ ਦੁਬਾਰਾ ਛੇਦ ਕਰ ਜਿਹੜਾ ਅੰਦਰ ਤੀਸਰਾ ਤਲਿਆ। ਕਹਿੰਦੇ ਉੱਥੋਂ ਫਿਰ ਤੈਨੂੰ ਕਹਿੰਦੇ ਉਹ ਅੰਮ੍ਰਿਤ ਫਿਰ ਥੱਲੇ ਤੈਨੂੰ ਚੁਆਊਗਾ। ਹੁਣ ਕੀ ਲਿਖਿਆ, ਜਿਨ ਪੀਆ ਸਾਰ ਰਸ ਤਜੇ ਆਨ ਰਸ। ਹੁਣ ਅੱਧੀ ਕੜੀ 'ਚ ਅੱਗੇ ਸਾਨੂੰ ਸਮਝਾਉਂਦੇ ਨੇ, ਅੱਗੇ ਉਹ ਵੀ ਵਿਚਾਰ ਕਰਦੇ ਕਿਸ ਤਰ੍ਹਾਂ। ਹੁਣ ਹੋਏ ਰਸ ਮਗਨ ਡਾਰੇ ਬਿਖ ਖੋਈ। ਜਦੋਂ ਕਹਿੰਦੇ ਤੁਸੀਂ ਉਹ ਰਸ ਪੀ ਲਿਆ, ਤੇਰੇ ਅੰਦਰੋਂ ਜਿਹੜੇ ਜੀਵ ਦੇ ਅੰਦਰ ਜਿਤਨੇ ਵੀ ਕਹਿੰਦੇ ਉਹ ਰਸ ਹੁੰਦੇ ਆ ਜਿਹੜੇ ਬਿਖ ਜਿਹੜੀ ਬੁਰੇ ਰਸ ਹੁੰਦੇ, ਹੋਏ ਰਸ ਮਗਨ ਡਾਰੇ ਬਿਖ ਖੋਈ। ਉਹ ਕਹਿੰਦੇ ਜਦੋਂ ਤੂੰ ਰਸ 'ਚ ਅੰਦਰ ਆਨੰਦ ਆਉਣ ਲੱਗ ਪਿਆ, ਫਿਰ ਕਹਿੰਦੇ ਤੇਰੇ ਜਿਹੜੀ ਅੰਦਰ ਬਕਾਰ ਹੈ ਜ਼ਹਿਰ ਹੈ ਸਾਰੀ ਕਹਿੰਦੇ ਨਿਕਲ ਜਾਓ। ਹੁਣ ਇੱਥੇ ਸਾਨੂੰ ਸਮਝਾਇਆ ਜਨਮਾਂ ਜਨਮਾਂ ਦੇ ਅਸੀਂ ਜਿਹੜੇ ਕਰਮ ਇਕੱਠੇ ਕਰੀ ਬੈਠੇ ਆ, ਉਹ ਜਿਹੜੇ ਸਾਡੇ ਅੰਦਰ ਜ਼ਹਿਰ ਹੈ ਉਸ ਨੂੰ ਕੱਢਣਾ ਪਊਗਾ। ਉਹ ਕਹਿੰਦੇ ਨਾ ਰਸ ਨਾ ਨਿਕਲੂ। ਹੁਣ ਇੱਥੇ ਸਾਨੂੰ ਦੱਸਦੇ ਆ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਆ, ਕੀ ਦੱਸਦੇ, ਪੀਆ ਰਾਮ ਰਸ ਪੀਆ ਰੇ। ਗੁਰੂ ਸਾਹਿਬਾਨ ਕਹਿੰਦੇ ਮੈਂ ਪੀਤਾ ਰਸ। ਗੁਰੂ ਕਬੀਰ ਰਵਿਦਾਸ ਜੀ ਮਹਾਰਾਜ ਦੀ ਬਾਣੀਆਂ ਉਹੋ ਹੀ ਅਸੀਂ ਤੁਕ ਦੂਸਰੇ ਪਾਸੇ ਹੋਰੋਂ ਲੈ ਕੇ ਪੀਆ ਰਾਮ ਰਸ ਪੀਆ ਰੇ। ਕਹਿੰਦੇ ਮੈਂ ਪੀਤਾ ਰਾਮ ਰਸ। ਕੀ ਅੱਗੇ ਦੱਸੇ, ਦਰ ਕਰ ਵਿਸਰ ਗਿਆ ਰਵਿਦਾਸਾ। ਜਿਹੜਾ ਦਰ ਘਰ ਵਿਸਰ ਗਿਆ ਰਵਿਦਾਸਾ ਉਨ ਮੈਨ ਸਦਮ ਤਵਾਰਾ ਨੇ। ਕਹਿੰਦੇ ਮੈਂ ਹੁਣ ਸਦਾ ਵਾਸਤੇ ਇਹ ਦਰ ਘਰ ਤੋਂ ਵਿੱਚ। ਹੁਣ ਅਸੀਂ ਸੋਚਦੇ ਦਰ ਘਰ ਕਿਹੜਾ ਹੈ? ਇਹ ਜਿਹੜੀ ਆਤਮਾ ਇਸ ਵੇਲੇ ਸਰੀਰ 'ਚ ਬੈਠੀ ਸੀ, ਇਹ 9 ਦਰਵਾਜ਼ਿਆਂ ਦਾ ਦਰ ਹੈ। ਇਹ ਦਰਾਂ ਦੇ ਵਿੱਚ ਦਰਵਾਜ਼ਿਆਂ 'ਚ ਬੈਠੀ ਸੀਗੀ, 9 ਦਰਵਾਜ਼ਿਆਂ 'ਚ। ਪਰ ਇਹ ਕਹਿੰਦੇ 84 ਲੱਖ ਜੀਆ ਜੂਨ 'ਚ ਵੀ ਇਹਨਾਂ ਦਰਵਾਜ਼ਿਆਂ 'ਚ ਫਿਰਦੀ ਆਈ। ਕਹਿੰਦੇ ਦਰ ਕਰ ਵਿਸਰ ਗਿਆ ਰਵਿਦਾਸਾ। ਹੁਣ ਕਹਿੰਦੇ ਮੁੜ ਕੇ ਇਹਨਾਂ ਦਰਾਂ ਦੇ ਵਿੱਚ ਮੈਂ ਮੁੜ ਕੇ ਕਦੀ ਨਹੀਂ ਆਊਂਗਾ। ਕਹਿੰਦੇ ਉਨਮਨ ਸਦਮ ਤਵਾਰਾ ਰੇ। ਉਨਮਨ ਅੰਦਰਲੀ ਅਵਸਥਾ ਦੇ ਵਿੱਚ ਕਹਿੰਦੇ ਜਾਣੀ ਕਿ ਗਗਨ ਤੀਸਰੇ ਤਿਲ ਤੋਂ ਉੱਪਰ ਕਹਿੰਦੇ ਮੈਂ ਹਰ ਵੇਲੇ ਉੱਥੇ ਹੀ ਰਹਿ। ਉੱਥੇ ਕੀ ਪ੍ਰਾਪਤ ਹੁੰਦਾ, ਕੀ ਮਿਲਦਾ? ਕਹਿੰਦੇ ਰਸ ਮਿਲਦਾ। ਪਲ ਪਲ ਪ੍ਰੇਮ ਪਿਆਲਾ ਚਾਲੇ। ਉੱਥੇ ਕਹਿੰਦੇ ਉਹ ਅੰਮ੍ਰਿਤ ਰਸ ਪਲਕ ਪਲਕ ਕਹਿੰਦੇ ਬਾਅਦ ਸਾਨੂੰ ਉਹ ਮਿਲਦਾ। ਪਲ ਪਲ ਪ੍ਰੇਮ ਪਿਆਲਾ ਚਾਲੇ ਛੂਟੇ ਨਹੀਂ ਖੁਮਾਰੀ ਰੇ। ਉੱਥੇ ਕਹਿੰਦੇ ਖੁਮਾਰੀ ਨਹੀਂ ਛੁੱਟਦੀ, ਉੱਥੇ ਕਹਿੰਦੇ ਨਸ਼ਾ ਹਰ ਵੇਲੇ ਚੜਿਆ ਰਹਿੰਦਾ। ਹੁਣ ਅਸੀਂ ਸੋਚਦੇ ਹਾਂ ਦੁਨੀਆ ਦੇ ਜੀਵ ਬਈ ਅਸੀਂ ਆਪਣੀ ਮਨਮਤ ਨਾਲ ਜੀ ਇਹ ਬਾਹਰਲੇ ਕਈ ਤਰ੍ਹਾਂ ਦੇ ਅੰਮ੍ਰਿਤ ਰਸ ਅਸੀਂ ਪੈਦਾ ਕਰ ਸਕਦੇ, ਪੜ੍ਹ ਕੇ ਜਾਣੀ ਕਿ ਕਥਾ ਸੁਣ ਕੇ ਕਹਾਣੀਆਂ ਸੁਣ ਕੇ ਤੀਰਥ ਵਰਤ ਜਪ ਤਪ ਕਰਕੇ ਕਹਿੰਦੇ ਇਹ ਮਿਲ ਲਓ। ਗੁਰੂ ਘਰ ਦੀ ਬਾਣੀ ਹੈ, ਸਾਨੂੰ ਕਹਿੰਦੇ ਵੇਦ ਪੜ੍ਹਿਓ ਹਰ ਰਸ ਨਹੀਂ ਆਇਓ। ਜਿੰਨੇ ਮਰਜ਼ੀ ਤੁਸੀਂ ਦੁਨੀਆ ਦੇ ਉੱਤੇ ਵੇਦ ਪੜ੍ਹ ਲਓ, ਕਿਤਾਬਾਂ ਪੜ੍ਹ ਲਓ, ਧਾਰਮਿਕ ਪੁਸਤਕਾਂ ਪੜ੍ਹ ਲਓ, ਤੁਹਾਨੂੰ ਕਹਿੰਦੇ ਉਹ ਰਸ ਨਹੀਂ ਪ੍ਰਾਪਤ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਉਹ ਸਾਨੂੰ ਦੱਸਦੇ ਨੇ ਇਹ ਆਪਣੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਕੀ ਕਹਿੰਦੇ, ਰਵਿਦਾਸ ਮਦਰਾਂ ਕਾ ਪੀਜੀਏ। ਕਹਿੰਦੇ ਟੈਂਪਰੇਰੀ ਤੁਸੀਂ ਅਗਰ ਸ਼ਰਾਬ ਪੀਂਦੇ ਆ ਕਾਹਦੇ ਪੀਂਦੇ, ਜੋ ਚੜੇ ਉਤਰ ਆਏ ਨਾਮ ਮਹਾਰਸ ਪੀਜੀਏ। ਜੋ ਚੜੇ ਨਾ ਹੀ ਉਤਰ ਆਏ। ਕਹਿੰਦੇ ਇੱਕ ਵਾਰੀ ਉਹ ਨਾਮ ਦਾ ਰਸ ਤੁਹਾਡੇ ਅੰਦਰ ਆ ਗਿਆ, ਨਸ਼ਾ ਚੜ ਗਿਆ, ਉਹ ਕਦੀ ਨਹੀਂ ਉਤਰੂਗਾ। ਪਰ ਕਹਿੰਦੇ ਸ਼ਰਾਬ ਦਾ ਨਸ਼ਾ ਤਾਂ ਤੁਸੀਂ ਪੀਂਦੇ ਹੋ 5 4 7 ਘੰਟੇ ਬਾਅਦ, 10 ਘੰਟੇ ਸ਼ਾਮ ਨੂੰ ਪੀਂਦੇ, ਸਵੇਰ ਨੂੰ ਕਹਿੰਦੇ ਤੁਹਾਡਾ ਉਤਰ ਜਾਂਦਾ। ਉਹ ਕਹਿੰਦੇ ਉਹ ਰਸ ਕਹਿੰਦੇ ਪੀਣ ਦਾ ਤੁਹਾਨੂੰ ਫਾਇਦਾ ਕੀ ਹੋਇਆ? ਇਸੇ ਕਰਕੇ ਹੁਣ ਸਾਨੂੰ ਦੱਸਿਆ ਸੀ ਕਿ ਅਗਲੀ ਅੱਧੀ ਕੜੀ ਹੋਏ ਪੰਡਤ ਸੁਰ ਛਤਰਪਤੀ ਰਾਜਾ। ये तो पंडित सौर छत्रपति राजा भगत बराबर और ना कोई, जैसे प्राण
पत रहे जल में भने रविदास जन्मे जग सोई। ਹੁਣ ਸਾਨੂੰ ਦੱਸਦੇ ਨੇ ਅਗਲੀ ਕੜੀ 'ਚ, ਪਿੱਛੇ ਸਾਨੂੰ ਕੀ ਦੱਸਿਆ ਸੀ, ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਕ ਖੋਈ। ਹੁਣ ਅਗਲੀ ਕੜੀ 'ਚ ਕੀ ਹੈ, ਪੰਡਤ ਸੁਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਈ। ਕਹਿੰਦੇ ਜਿਸ ਨੇ ਭਗਤੀ ਕਰਕੇ ਆਪਣੇ ਅੰਦਰ ਉਹ ਅੰਮ੍ਰਿਤ ਦਾ ਰਸ ਪੀ ਲਿਆ, ਉਸ ਦੇ ਬਰਾਬਰ ਕਹਿੰਦੇ ਇਹ ਪੰਡਤ ਹੋਵੇ, ਸੂਰਮਾ ਹੋਵੇ, ਚਾਹੇ ਛਤਰਪਤੀ ਰਾਜਾ ਹੋਵੇ, ਰਾਜਿਆਂ ਦਾ ਰਾਜਾ ਹੋਵੇ। ਉਹ ਕਹਿੰਦੇ ਵੀ ਭਗਤੀ ਜਿਹਨੇ ਕੀਤੀ, ਅੰਦਰ ਸਾਰ ਰਸ ਪੀਤਾ, ਉਹਦੇ ਬਰਾਬਰ ਉਹ ਕਦੀ ਵੀ ਨਹੀਂ ਹੋ ਸਕਦਾ। ਹੁਣ ਅੱਗੇ ਸਾਨੂੰ ਦੱਸਦੇ ਨੇ ਅਸੀਂ ਕੀ ਹੈ। ਦੇਖੋ ਪੜ੍ਹ ਪੜ੍ਹਾ ਕੇ ਅਸੀਂ ਜਿਹੜੇ ਪੰਡਤ ਬਣਦੇ ਹਾਂ, ਤੋ ਅਸੀਂ ਵੇਦਾਂ ਸ਼ਾਸਤਰਾਂ ਦਾ ਜਾਣੀ ਕਿ ਜਿਤਨਾ ਵੀ ਅਧਿਐਨ ਕਰਦੇ ਹਾਂ, ਉਹਦੇ 'ਚ ਕਈ ਰਾਵਣ ਜੀ ਜਦੋਂ ਹੋਏ ਆ, ਉਹਨਾਂ ਨੇ ਕਹਿੰਦੇ ਕੀ ਕੀਤਾ, ਉਹਨਾਂ ਨੇ ਦੇਖ ਲਓ ਕਿੱਡੇ ਸੀਗੇ, ਪਰ ਉਹ ਭਗਤੀ 'ਚ ਨਹੀਂ, ਉਹਨਾਂ ਨੇ ਵਿਦਵਾਨ ਬਣੇ। ਹੁਣ ਕਹਿੰਦੇ ਕਹਿੰਦੇ ਜਿਹੜੇ ਸੂਰਮੇ ਹੈ, ਇਹ ਕਾਂਛੀ ਦੇ ਵਿੱਚ ਸੁਣਿਆ ਹੈ, ਦੱਸਦੇ ਨੇ ਕਿ ਆਪਣੀ ਮੁਕਤੀ ਕਰਾਉਣ ਵਾਸਤੇ ਕੋਈ ਆਰਾ ਹੈ ਉਹਦੇ ਨਾਲ ਕਟਾ ਲੈਂਦੇ, ਜਾਂ ਦੁਨੀਆ ਦੇ ਉੱਤੇ ਅਸੀਂ ਕੀ ਕਰਦੇ ਹਾਂ, ਆਪਣੀ ਇੱਜ਼ਤ ਬਚਾਉਣ ਵਾਸਤੇ, ਕੁੱਲ ਦੀ ਇੱਜ਼ਤ ਬਚਾਉਣ ਵਾਸਤੇ, ਧੀ ਭੈਣ ਦੀ ਇੱਜ਼ਤ ਬਚਾਉਣ ਵਾਸਤੇ ਅਸੀਂ ਸੂਰਮਾ ਜਾਣੀ ਆਪਣੇ ਆਪ ਨੂੰ ਬਲੀ ਦਿੰਦੇ, ਦੇਸ਼ ਪਿੱਛੇ ਬਦਲੀ ਦਿੰਦੇ ਆ। ਕਹਿੰਦੇ ਉਹ ਵੀ ਜਾਣੀ ਕਿ ਭਗਤ ਦੇ ਬਰਾਬਰ ਨਹੀਂ ਹੋ ਸਕਦਾ। ਕਹਿੰਦੇ ਪਰ ਛਤਰਪਤੀ ਜਿਹੜੇ ਹੈਗੇ ਆ, ਰਾਜਿਆਂ ਦੇ ਰਾਜੇ ਮਹਾਰਾਜੇ ਜਿਹਨੂੰ ਅਸੀਂ ਕਹਿੰਦੇ ਆ, ਉਹ ਅਸ਼ਵਮੇਧ ਯੱਗ ਕਰਕੇ ਉਹ ਵੀ ਕਹਿੰਦੇ ਵੀ ਇਹ ਨਹੀਂ ਹੋ ਸਕਦੇ। ਕਹਿੰਦੇ ਗਾਹਾਂ ਰਾਜੇ ਵੀ ਨਹੀਂ ਹੋ ਸਕਦੇ ਕਿ ਭਗਤ ਦੇ ਜਿਹਨੇ ਭਗਤੀ ਕਰ ਲਈ, ਉਹਨੇ ਪਾਰ ਬ੍ਰਹਮ ਚਲਾ ਗਿਆ, ਪਾਰ ਬ੍ਰਹਮ ਦੀ ਉਹਨੂੰ ਸਾਰਾ ਭੇਤ ਹੋ ਜਾਂਦਾ, ਉਹ ਬ੍ਰਹਮ ਨੂੰ ਪਾਰ ਕਰਕੇ ਚਲਾ ਗਿਆ। ਇਸ ਦੁਨੀਆ ਦੇ ਵਿੱਚੋਂ ਕਾਲ ਨਾਲੋਂ ਵੱਡਾ ਹੋਰ ਬਲਵਾਨ ਕੋਈ ਨਹੀਂ। ਉਹ ਜਿਹੜਾ ਉੱਥੋਂ ਛੁਟਾ ਕੇ ਕਾਲ ਦੇ ਦੇਸ਼ 'ਚੋਂ ਪਾਰ ਬ੍ਰਹਮ ਚਲਾ ਗਿਆ, ਉਹ ਸਾਰਿਆਂ ਨੂੰ ਕਹਿੰਦੇ ਬਲਵਾਨ ਹੈ। ਹੁਣ ਇੱਥੇ ਤੁਹਾਨੂੰ ਦੇਖਦੇ ਵੀ ਇਹ ਜਿਹੜੀ ਚੀਜ਼ ਹੈ ਭਗਤੀ, ਕਿਤੇ ਲੁਕੋ ਕੇ ਨਹੀਂ ਰੱਖੀ। ਉਹ ਕਿਸੇ ਵੀ ਸੰਤ ਮਹਾਤਮਾ ਨੇ ਕਦੀ ਉਸ ਨੂੰ ਲੁਕੋ ਕੇ ਨਹੀਂ ਰੱਖਿਆ, ਪ੍ਰਗਟ ਰੱਖੀ ਆ। ਭਗਤੀ ਗੇਂਦ ਚੁਗਾਨ ਕੀ, ਇਹ ਕਹਿੰਦੇ ਇੱਕ ਮੈਦਾਨ 'ਚ ਰੱਖੀ ਜਾਂਦੀ ਹੈ ਗੇਂਦ ਚੁਗਾਨ ਕੀ, ਭਾਵੇਂ ਕੋਈ ਲੈ ਜਾਏ, ਕੋਈ ਵੀ ਕਹਿੰਦੇ ਇਹਨੂੰ ਲਿਜਾ ਸਕਦਾ ਹੈ। ਜਿਹੜਾ ਭਗਤੀ ਕਰੂਗਾ ਉਹ ਭਗਤੀ ਵਾਲੀ ਗੇਂਦ ਨੂੰ ਚੱਕ ਸਕਦਾ। ਕਹਿੰਦੇ ਕਹੋ ਕਬੀਰ ਕੁਛ ਭੇਤ ਨਹੀਂ, ਉਹਦੇ ਵਿੱਚ ਕਹਿੰਦੇ ਲੁਕੋ ਕੁਛ ਨਹੀਂ ਰੱਖਿਆ। ਕਹਿੰਦੇ ਕਹਾ ਰੰਕ ਕਹਾ ਰਾਏ, ਚਾਹੇ ਉਹ ਕਹਿੰਦੇ ਬ੍ਰਾਹਮਣ ਹੋਵੇ, ਚਾਹੇ ਖੱਤਰੀ ਹੋਵੇ, ਸੂਦ ਹੋਵੇ, ਬੈਸ ਹੋਵੇ, ਕਿਸੇ ਕੁਲ 'ਚੋਂ ਵੀ ਹੋਵੇ, ਰਾਜਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਕਹਿੰਦੇ ਕੋਈ ਭੇਤ ਨਹੀਂ ਹੈ। ਜਿਹੜਾ ਭਗਤੀ ਕਰੂ, ਭਗਤੀ ਕਰਕੇ ਉਸ ਗੇਂਦ ਨੂੰ ਪ੍ਰਾਪਤ ਕਰੂ, ਉਹ ਹੀ ਕਹਿੰਦੇ ਭਗਤ ਬਣੂ, ਉਹ ਦੂਸਰਾ ਨਹੀਂ ਬਣ ਸਕਦਾ। ਇੱਥੇ ਸਾਨੂੰ ਸਮਝਾਇਆ ਰਵਿਦਾਸ ਚਮਾਰ ਉਸਤਤ ਕਰੇ। ਜਿਹੜੀ ਗੁਰੂ ਘਰ ਨੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਬਾਰੇ ਜੋ ਉਸਤਤ ਲਿਖੀ ਹੈ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਈ। ਉਹ ਜਿਹੜੀ ਹਰੀ ਦਾ ਕੀਰਤਨ ਸੀ, ਉਹਨਾਂ ਨੇ ਕਹਿੰਦੇ ਇੱਕ ਨਿਮਖ ਉਹ ਉਸਤਤ ਕੀਤੀ, ਪਰਮਾਤਮਾ ਦੀ ਭਗਤੀ ਕੀਤੀ ਤੇ ਇੱਕ ਨਿਮਖ ਗਾਈ। ਕੀ ਉਹਦਾ ਫਾਇਦਾ ਹੋਇਆ? ਪਤਤ ਜਾਤ, ਉਹ ਕਹਿੰਦੇ ਆਪ ਪਤਤ ਜਾਤ ਨੀਚ ਜਾਤ 'ਚ ਸੀਗੇ, ਉੱਤਮ ਪਏ। ਉਹ ਕਹਿੰਦੇ ਉੱਚੀ ਤੋਂ ਉੱਚੀ ਜਾਤ 'ਚ ਚਲੇ ਗਏ, ਭਗਤ ਬਣ ਗਏ। ਕੀ ਕਹਿੰਦੇ ਚਾਰ ਵਰਨ ਪਏ ਪੱਗ ਆਈ। ਉਹਨਾਂ ਦੇ ਪੈਰਾਂ ਦੇ ਵਿੱਚ, ਉਹਨਾਂ ਦੇ ਚਰਨਾਂ ਦੇ ਵਿੱਚ ਚਾਰ ਜਾਣੀ ਕਿ ਵਰਨ ਆ ਕੇ ਮੱਥਾ ਟੇਕਦੇ ਸੀਗੇ। ਉਹਨਾਂ ਤੋਂ ਉਪਦੇਸ਼ ਲਿਆ। ਕਿਹਨੇ ਉਪਦੇਸ਼ ਲਿਆ? ਮੀਰਾ ਜੀ ਉਹਨਾਂ ਦੀ ਜਾਣੀ ਕਿ ਲਾਤ ਧੜਕ ਜਾਣੀ ਕਿ ਯੋਧਾ ਸੇਵਕਾ ਹੋਈ, ਜਿਸ ਨੇ ਲਲਕਾਰ ਕੇ ਕਹਿਤਾ, ਵਿਧਵਾ ਹੋਣ ਦੇ ਬਾਵਜੂਦ ਛਤਰੀ ਕੌਮ 'ਚੋਂ ਸੀਗੀ। ਉਹਨਾਂ ਨੇ ਗੁਰੂ ਰਵਿਦਾਸ ਜੀ ਦਾ ਨਾਂ ਜਿਹੜਾ ਪ੍ਰਗਟ ਕੀਤਾ ਨਤੜਕ ਹੋ ਕੇ। ਉਸ ਤੋਂ ਬਾਅਦ ਰਾਜਾ ਪੀਪਾ ਜੀ ਨੇ ਵੀ ਜੋ ਕੁਝ ਵੀ ਹੋਇਆ, ਉਹਨਾਂ ਨੇ ਵੀ ਉਪਦੇਸ਼ ਲਏ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਰਾਜਾ ਪੀਪਾ ਜੀ ਦੀ। ਉਸ ਤੋਂ ਬਾਅਦ ਜਿੰਨੇ ਵੀ ਮਹਾਤਮਾ ਹੋਰ ਹੋਏ, ਉਹਨਾਂ ਦੀ ਗੱਦੀ ਜਿੱਦਾਂ ਚੱਲੀ ਤੇ ਉਹ ਅਸੀਂ ਸਾਰੇ ਹੀ ਜਾਣਦੇ ਹਾਂ।
ਤੇ ਇਹ ਜਿੰਨੇ ਵੀ ਭਗਤ ਉੱਚੀ ਜਾਤ ਵਾਲੇ ਨੀਚੀ ਜਾਤ ਵਾਲੇ ਇਸੇ ਕਰਕੇ ਸਾਨੂੰ ਗੁਰੂ ਘਰ ਦੀ ਬਾਣੀ ਨੇ ਲਿਖਿਆ 4 ਬਰਨ ਪਏ ਪਗ ਆਈ, ਉਹਨਾਂ ਦੇ 4 ਬਣ। ਹੁਣ ਲਿਖਿਆ ਸੀ ਪੰਡਤ ਸੁਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਈ। ਹੁਣ ਅੱਧੀ ਕੜੀ ਚ ਅੱਗੇ ਸਾਨੂੰ ਕੀ ਸਮਝਾਉਂਦੇ ਆ, ਵਿਚਾਰ ਕਰਦੇ ਆ, ਕੀ ਦੇਖਦੇ, ਜੈਸੇ ਪ੍ਰੇਨ ਪਾਤ ਰਹੇ ਜਲ ਸਮੀਪ। ਜਿਹੜਾ ਕਹਿੰਦੇ ਭਗਤ ਬਣ ਗਿਆ ਉਹ ਕਹਿੰਦੇ ਕਿਸ ਤਰ੍ਹਾਂ ਹੋਇਆ, ਉਹ ਜਿਸ ਤਰ੍ਹਾਂ ਕਹਿੰਦੇ ਜਿਸ ਨੂੰ ਅਸੀਂ ਕਮਲ ਦਾ ਫੁੱਲ ਕਹਿੰਦੇ ਆ, ਉਹ ਕਮਲ ਦੇ ਫੁੱਲ ਦੀ ਜਿਹੜੀ ਜੜ ਹੈ ਜਾਂ ਦੂਸਰੀ, ਉਹ ਕਹਿੰਦੇ ਥੱਲੇ ਗੰਦਗੀ ਦੇ ਵਿੱਚ ਹੁੰਦੀ, ਗੰਦਗੀ ਜਿਹੜੀ ਮਿੱਟੀ ਦੇ ਵਿੱਚ, ਲੇਕਿਨ ਜਿਹੜਾ ਉਹ ਫੁੱਲ ਹੁੰਦਾ ਉਹ ਸਾਰਾ ਹੀ ਪਾਣੀ ਤੋਂ ਉੱਪਰ ਉਪਰਾਮ ਹੋ ਕੇ ਬੈਠਾ। ਕਹਿੰਦੇ ਜੈਸੇ ਕਹਿੰਦੇ ਪਨੇਤ ਪਾਤ ਰਹੇ ਜਲ ਸਮੀਪ, ਪਰ ਰਹਿੰਦੇ ਉਹ ਪਾਣੀ ਦੇ ਵਿੱਚ ਆ ਤੇ ਪਰ ਪਾਣੀ ਤੋਂ ਅਲੱਗ ਰਹਿੰਦਾ ਹੈ। ਇਸੇ ਤਰ੍ਹਾਂ ਸਾਨੂੰ ਗੁਰੂ ਘਰ ਨੇ ਵੀ ਸੁਣਾਇਆ, ਕਹਿੰਦੇ ਭਨੇ ਰਵਿਦਾਸ ਜਨਮੇ ਜਗ ਸੋਈ। ਕਹਿੰਦੇ ਮੈਂ ਜਾਣੂ ਉਹਨਾਂ ਨਾਲ ਜਾਣੇ ਕਿ ਮੁਬਾਰਕ ਹੈ ਇਸ ਦੁਨੀਆ ਤੇ ਜਨਮ ਲੈਣਾ ਜਿਨ੍ਹਾਂ ਨੇ ਕਹਿੰਦੇ ਇਹ ਕਾਰਜ ਕੀਤਾ, ਜਨਮੇ ਜਗ ਸੋਈ। ਨਹੀਂ ਤਾਂ ਕਹਿੰਦੇ ਬਾਕੀ ਕਰਦਾ। ਹੁਣ ਅਸੀਂ ਸਾਨੂੰ ਗੁਰੂ ਘਰ ਦੀ ਬਾਣੀ ਸਮਝ, ਜੈਸੇ ਜਲ ਮੇ ਕਮਲ ਨਰਾਲਮ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਵਸਾਗਰ ਤਰੀਏ ਨਾਨਕ ਨਾਮ ਬਖਾਨੇ। ਕਹਿੰਦੇ ਨਾਨਕ ਨਾਮ ਬਖਾਨੇ ਦਾ ਸੁਰਤ ਸ਼ਬਦ ਦੇ ਨਾਲ ਜਿਹੜਾ ਅਭਿਆਸ ਕਰਨ ਨਾਲ ਫਿਰ ਕਹਿੰਦੇ ਉਹ ਕੀ ਹੁੰਦਾ, ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ ਤਾਂ ਮੁਰਗਾਈ ਵੀ ਪਾਣੀ ਤੋਂ ਬਾਹਰ ਰਹਿੰਦੀ ਹੈ, ਜਦੋਂ ਦਿਲ ਕਰੇ ਉਹ ਸੁੱਕੇ ਪਰਾਂ ਨਾਲ ਉੜ ਜਾਂਦੀ ਹੈ। ਇਸੇ ਤਰ੍ਹਾਂ ਰਵਿਦਾਸ ਜੀ ਨੇ ਕਿਹਾ ਪ੍ਰੇਨ ਪਾਤ ਰਹੇ ਜਲ ਸਮੀਪ, ਇਹ ਉਹ ਸਿਮਰਨ ਹੀ ਉਹ ਗੱਲ ਦੱਸੀ ਹੈ। ਇਸ ਤਰ੍ਹਾਂ ਕਹਿੰਦੇ ਫਿਰ ਉਹ ਦੁਨੀਆ ਤੋਂ ਆਜ਼ਾਦ ਰਹਿੰਦਾ। ਹੁਣ ਸਾਨੂੰ ਅਗਲੇ ਦੱਸਦੇ ਗੁਰੂ ਘਰ ਦੀ ਬਾਣੀ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰਹਿਣ ਨਾਮ ਧਿਆਈ ਦਾ ਫਿਰ ਪਾਏ ਨਾ ਮੂਆ। ਕਹਿੰਦੇ ਸਾਰੇ ਹੀ ਰੋਗ ਸੋਗ, ਰੋਗ ਕੀ ਆ, ਅਸੀਂ 84 ਚ ਜਨਮ ਲੈਂਦੇ ਆ ਫਿਰ ਮਰਦੇ ਆ, ਉੱਥੇ ਸੋਗ ਹੁੰਦੇ, ਫਿਰ ਕਹਿੰਦੇ ਜਨਮ ਲੈਂਦੇ ਫਿਰ ਮਰਦੇ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਕਹਿੰਦੇ ਦਿਨ ਰਹਿਣ ਨਾਮ ਧਿਆਈ ਦਾ ਫਿਰ ਪਾਏ ਨਾ ਮੂਆ। ਮੁੜ ਕੇ ਕਹਿੰਦੇ ਕਦੀ ਮੌਤ ਵਾਲੇ ਪਾਸੇ ਨਹੀਂ ਆਊ, ਇਹਦੀ ਮੌਤ ਨਹੀਂ ਆਊ, ਕਿਉਂਕਿ ਇਹ ਮੌਤ ਤੋਂ ਉੱਪਰਲੀ ਦੁਨੀਆ 'ਚ ਚਲਾ ਗਿਆ। ਜਿਸ ਤੇ ਉਪਜਿਆ ਨਾਨਕਾ, ਕਹਿੰਦੇ ਜਿੱਥੋਂ ਪੈਦਾ ਹੋਇਆ ਸੀ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਕਹਿੰਦੇ ਮੁੜ ਕੇ ਕਹਿੰਦੇ ਫਿਰ ਉਹੋ ਹੀ ਚੀਜ਼ ਬਣ ਗਿਆ, ਮੁੜ ਕੇ ਪਰਮਾਤਮਾ ਚੋਂ ਜਨਮ ਲਿਆ ਸੀ, ਪਰਮਾਤਮਾ ਦੇ ਵਿੱਚ ਹੀ ਜਾ ਕੇ ਸਮਾ ਗਿਆ। ਹੁਣ ਸਾਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਆ, ਆਪ ਜੀ ਕੀ ਦੱਸਦੇ ਨੇ, ਕਿਸ ਤਰ੍ਹਾਂ ਕਹਿੰਦੇ ਪੁਨੀਤ ਹੋਇਆ। ਪ੍ਰੇਮ ਪੰਥ ਕੀ ਪਾਲਕੀ, ਇਹ ਕਹਿੰਦੇ ਪ੍ਰੇਮ ਕੀਤਾ ਫਿਰ ਉਹ ਪੰਥ ਦੀ ਪਾਲਕੀ, ਜਾਣੀ ਕਿ ਉਹ ਇਸ ਦੁਨੀਆ ਤੋਂ ਉੱਪਰ ਉੱਠ ਗਏ। ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠੇ ਉਹ ਆਏ, ਸੱਚੇ ਸਵਾਮੀ ਮਿਲਣ ਕਾ ਆਨੰਦ ਕਿਹੋ ਨਾ ਜਾਏ। ਉਹ ਕਹਿੰਦੇ ਸੱਚੇ ਸਵਾਮੀ ਨੂੰ ਮਿਲਣ ਦਾ ਆਨੰਦ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ, ਜੋ ਕੁਝ ਵੀ ਹੈ। ਕਦੇ ਕਦੋਂ ਹੋਇਆ, ਜਦੋਂ ਮੈਂ ਕਹਿੰਦੇ ਪ੍ਰੇਮ ਕੀਤਾ, ਔਰ ਉਹ ਪ੍ਰੇਮ ਦੀ ਪੰਥ ਜਿਹੜਾ ਪਰਮਾਤਮਾ ਨੂੰ ਮਿਲਣ ਵਾਲਾ ਪੰਥ ਸੀ, ਉਹ ਜਿਹੜਾ ਪਰਮਾਤਮਾ ਨੂੰ ਮਿਲਣ ਵਾਲਾ ਰਸਤਾ ਸੀ, ਕਹਿੰਦੇ ਉਹਦੇ ਨਾਲ ਮੈਨੂੰ ਹੋਇਆ ਕਿ ਰਵਿਦਾਸ ਬੈਠੇ ਹੋਏ ਆਏ। ਹੁਣ ਸਾਨੂੰ ਇੱਥੇ ਸਮਝ ਆਉਂਦੀ ਆ ਕਿ ਇਹ ਅਸੀਂ ਦੁਨੀਆ ਦੇ ਜੀਵ ਕੀ ਦੱਸਦੇ, ਗੁਰੂ ਘਰ ਦੀ ਬਾਣੀ ਹੈ, ਪੰਜ ਚੋਰ ਆਗੇ ਭਜੇ ਸਭ ਜਬ ਸਾਧ ਸੰਗੇਤ, ਪੂੰਜੀ ਸਾਬਤ ਘਣੋ ਲਾਭ ਗ੍ਰਹਿ ਸੋਭਾ ਸੀਤ। ਉਸ ਜੀਵ ਦਾ, ਉਸ ਆਤਮਾ ਦਾ ਇਸ ਦੁਨੀਆ ਤੇ ਆਉਣਾ ਕਹਿੰਦੇ ਮੁਬਾਰਕ ਹੋ ਗਿਆ, ਜਿਹਨੇ ਪੰਜਾਂ ਚੋਰਾਂ ਨੂੰ ਅੱਗੇ ਲਾ ਕੇ ਦੜਾਤਾ। ਕਹਿੰਦੇ ਕਦੋਂ, ਜਦੋਂ ਸਾਧੂ ਦੀ ਸੰਗਤ ਕੀਤੀ, ਕਹਿੰਦੇ ਪੂੰਜੀ ਸਾਬਤ, ਜਿਹੜੀ ਪੂੰਜੀ ਲੈ ਕੇ ਆਏ ਸੀ ਉਹ ਵੀ ਇਹਦੀ ਬਚ ਗਈ, ਤਾਂ ਇਹਨੂੰ ਕਹਿੰਦੇ ਘਣੋ ਲਾਭ, ਇੰਨਾ ਕਹਿੰਦੇ ਫਾਇਦਾ ਹੋ ਗਿਆ ਵੀ ਹੁਣ ਇਹਨੂੰ ਕਦੇ ਪੁੱਛੇ ਨਾ। ਹੁਣ ਆਪ ਜੀ ਨੇ ਕਿਹਾ ਪੰਡਤ ਸੁਰ ਛਤਰਪਤੀ ਰਾਜਾ, ਭਗਤ ਬਰਾਬਰ ਔਰ ਨਾ ਕੋਈ, ਜੈਸੇ ਪ੍ਰੇਨ ਪਾਤ ਰਹੇ ਜਲ ਸਮੀਪ, ਭਨੇ ਰਵਿਦਾਸ ਜਨਮੇ ਜਗ ਸੋਈ। ਹੁਣ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਅਸੀਂ 2 ਭਾਗਾਂ ਦੇ ਵਿੱਚ ਸ਼ਬਦ ਕੰਪਲੀਟ ਕੀਤਾ ਹੈ, तो अगर आपको अच्छा लगे तो इस दे कमेंट भी कर सकते हो, इसनू सबसक्राइब भी करो। तो
ਜੇ ਕੋਈ ਗਲਤੀ ਹੋ ਗਈ ਹੋਵੇ ਸਾਡੇ ਤੋਂ ਪੜ੍ਹਨ 'ਚ ਚੁੱਕ ਹੋਈ ਹੋਵੇ ਅਸੀਂ ਉਸ ਦੀ ਮਾਫੀ ਚਾਹੁੰਦੇ ਹਾਂ। ਜੈ ਗੁਰਦੇਵ।